ਮੈਂ ਮੂੰਹ ਲਪੇਟੇ ਕਮਰੇ ਵਿੱਚ ਪਈ ਸੀ। ਮੇਰਾ ਮੂਡ ਪੂਰੀ ਤਰ੍ਹਾਂ ਖਰਾਬ ਹੋ ਚੁੱਕਿਆ ਸੀ। ਐਨੇ 'ਚ ਪਾਪਾ ਕਮਰੇ ਵਿੱਚ ਆਏ ਅਤੇ ਕਹਿਣ ਲੱਗੇ, ਨੰਦਨੀ, ਤੂੰ ਕਿਉਂ ਛੋਟੀਆਂ-ਛੋਟੀਆਂ ਗੱਲਾਂ ਨਾਲ ਦਿਲ ਖਰਾਬ ਕਰ ਲੈਂਦੀ ਆ? ਵਿਆਹ ਹੀ ਤਾਂ ਕਰਨਾ ਹੈ, ਐਦਾਂ ਦੀ ਕਿਹੜੀ ਮੁਸ਼ਕਿਲ ਗੱਲ ਹੈ? ਚੱਲ ਹੁਣ ਇਹ ਗੋਲੀਆਂ ਖਾ ਲਾ, ਦੇਖਣਾ ਕਿੰਨੀ ਜਲਦੀ ਤੇਰਾ ਵਿਆਹ ਹੋ ਜਾਵੇਗਾ। ਮੈਂ ਅਜੀਬ ਜਿਹੀਆਂ ਨਜ਼ਰਾਂ ਨਾਲ ਪਾਪਾ ਨੂੰ ਦੇਖਿਆ। ਭਲਾ ਇਹ ਨੀਲੀਆਂ ਪੀਲੀਆਂ ਗੋਲੀਆਂ ਨਾਲ ਮੇਰੇ ਵਿਆਹ ਦਾ ਕੀ ਤਾਲੁਕ ਹੈ? ਪਾਪਾ ਨੇ ਮੈਨੂੰ ਜ਼ਬਰਦਸਤੀ ਉਠਾ ਕੇ ਬਿਠਾਇਆ ਤੇ ਕਹਿਣ ਲੱਗੇ, ਇੰਨਾ ਸੋਚਣ ਦੀ ਕੀ ਜ਼ਰੂਰਤ ਹੈ? ਮੈਂ ਤੇਰਾ ਬਾਪ ਹਾਂ, ਜੋ ਵੀ ਕਰਾਂਗਾ ਤੇਰੀ ਭਲਾਈ ਲਈ ਹੀ ਕਰਾਂਗਾ। ਇਹ ਗੋਲੀਆਂ ਵੀ ਤੇਰੇ ਵਿਆਹ ਲਈ ਹੀ ਨੇ। ਪਾਪਾ ਦੀ ਗੱਲ ਸਿਰ ਦੇ ਉੱਪਰ ਦੀ ਲੰਘ ਗਈ, ਪਰ ਪਾਪਾ ਦੇ ਅੱਗੇ ਮੇਰੀ ਕਿੱਥੇ ਚੱਲਦੀ। ਮੈਂ ਚੁੱਪ ਕਰਕੇ ਉਹ ਗੋਲੀਆਂ ਖਾ ਲਈਆਂ। ਮੈਂ ਪਾਪਾ ਨੂੰ ਪੁੱਛਿਆ, ਇਹ ਕਿਸ ਚੀਜ਼ ਦੀਆਂ ਗੋਲੀਆਂ ਹਨ ਅਤੇ ਤੁਸੀਂ ਕਿੱਥੋਂ ਲਿਆਏ? ਪਾਪਾ ਨੇ ਮੇਰੀ ਗੱਲ ਦਾ ਜਵਾਬ ਦੇਣ ਦੀ ਬਜਾਏ ਮੈਨੂੰ ਆਪਣੀਆਂ ਪਿਛਲੀਆਂ ਗੱਲਾਂ ਦੇ ਕਿੱਸੇ ਸੁਣਾਉਣੇ ਸ਼ੁਰੂ ਕਰ ਦਿੱਤੇ। ਮੈਂ ਬਹੁਤ ਧਿਆਨ ਨਾਲ ਪਾਪਾ ਦੀਆਂ ਗੱਲਾਂ ਸੁਣ ਰਹੀ ਸੀ। ਪਤਾ ਨਹੀਂ ਮੇਰੀ ਕਿਸਮਤ ਵਿੱਚ ਕੀ ਲਿਖਿਆ ਸੀ। 38 ਸਾਲ ਦੀ ਉਮਰ ਵਿੱਚ ਵੀ ਮੈਂ ਆਪਣੇ ਬਾਪ ਦੀ ਦਹਲੀਜ਼ 'ਤੇ ਬੈਠੀ ਸੀ, ਜਦੋਂ ਕਿ ਮੇਰੀ ਉਮਰ ਦੀਆਂ ਲੜਕੀਆਂ ਹੁਣ ਤੱਕ 2-2 ਬੱਚਿਆਂ ਦੀਆਂ ਮਾਂ ਬਣ ਚੁੱਕੀਆਂ ਸੀ। ਹੁਣ ਤਾਂ ਮੈਂ ਜਿਸ ਵਿਆਹ 'ਚ ਵੀ ਜਾਣਾ ਹੁੰਦਾ ਤਾਂ ਇੱਕ ਕੋਨੇ ਵਿੱਚ ਲੁਕ ਕੇ ਬੈਠ ਜਾਂਦੀ। ਲੋਕਾਂ ਦੀਆਂ ਚੁਭਦੀਆਂ ਨਜ਼ਰਾਂ ਤੇ ਸਵਾਲ ਮੈਨੂੰ ਕਿਸੇ ਪਲ ਵੀ ਚੈਨ ਨਹੀਂ ਲੈਣ ਦਿੰਦੇ ਸੀ। ਹੁਣ ਤੱਕ ਪਤਾ ਨਹੀਂ ਕਿੰਨੇ ਕੁ ਲੋਕ ਮੇਰਾ ਰਿਸ਼ਤਾ ਲੈ ਕੇ ਸਾਡੇ ਘਰ ਆਏ ਸੀ, ਪਰ ਜਾਣ ਤੋਂ ਪਹਿਲਾਂ ਇਨਕਾਰ ਕਰਨਾ ਨਾ ਭੁੱਲਦੇ। ਮੈਂ ਆਪਣਾ ਚਿਹਰਾ ਸ਼ੀਸ਼ੇ 'ਚ ਦੇਖਦੀ ਤੇ ਅੱਥਰੂ ਵਹਾਉਣ ਲੱਗ ਪੈਂਦੀ। ਕਦੀ-ਕਦੀ ਮੈਂ ਪਾਪਾ ਨੂੰ ਜ਼ਿੱਦ ਕਰਦੀ ਕਿ ਉਹ ਕਿਸੇ ਨਾਲ ਵੀ ਮੇਰਾ ਰਿਸ਼ਤਾ ਕਰਵਾ ਦੇਣ। ਮੈਂ ਹੁਣ ਇਸ ਘਰ ਵਿੱਚ ਨਹੀਂ ਰਹਿਣਾ ਚਾਹੁੰਦੀ ਸੀ। ਹਰ ਲੜਕੀ ਦੇ ਵਾਂਗ ਮੇਰੀ ਵੀ ਖੁਆਇਸ਼ ਸੀ ਕਿ ਮੇਰੀ ਜ਼ਿੰਦਗੀ ਵਿੱਚ ਵੀ ਕੋਈ ਐਦਾਂ ਦਾ ਮਰਦ ਹੋਵੇ ਜਿਸ ਨੂੰ ਮੈਂ ਆਪਣਾ ਕਹਿ ਸਕਾਂ, ਆਪਣਾ ਦੁੱਖ ਸੁੱਖ ਵੰਡ ਸਕਾਂ। ਮੇਰੀ ਜ਼ਿੰਦਗੀ ਵਿੱਚ ਬੁੱਢੇ ਬਾਪ ਤੋਂ ਬਿਨਾਂ ਹੋਰ ਕੋਈ ਨਹੀਂ ਸੀ। ਬਹੁਤ ਸਾਰੀਆਂ ਗੱਲਾਂ ਐਦਾਂ ਦੀਆਂ ਵੀ ਹੁੰਦੀਆਂ ਹਨ ਜੋ ਇਨਸਾਨ ਆਪਣੇ ਮਾਂ-ਬਾਪ ਨਾਲ ਨਹੀਂ ਬਲਕਿ ਆਪਣੇ ਜੀਵਨ ਸਾਥੀ ਨਾਲ ਕਰਦਾ ਹੈ, ਪਰ ਸ਼ਾਇਦ ਉਹ ਜੀਵਨ ਸਾਥੀ ਮੇਰੀ ਕਿਸਮਤ ਵਿੱਚ ਲਿਖਿਆ ਹੀ ਨਹੀਂ ਸੀ। ਹੁਣ ਮੈਂ ਇਹਨਾਂ ਹਾਲਾਤਾਂ ਤੋਂ ਤੰਗ ਆ ਚੁੱਕੀ ਸੀ। ਜਦੋਂ ਵੀ ਪਾਪਾ ਨਾਲ ਵਿਆਹ ਦੀ ਗੱਲ ਕਰਦੀ ਜਾਂ ਕੋਈ ਰਿਸ਼ਤੇ ਵਾਲੇ ਇਨਕਾਰ ਕਰਕੇ ਜਾਂਦੇ ਤਾਂ ਪਾਪਾ ਉਹੀ 7 ਗੋਲੀਆਂ ਲੈ ਕੇ ਮੇਰੇ ਕੋਲ ਆ ਜਾਂਦੇ ਅਤੇ ਗੋਲੀਆਂ ਖਿਲਾ ਕੇ ਕਹਿੰਦੇ ਕਿ ਦੇਖਣਾ ਬਹੁਤ ਜਲਦੀ ਤੇਰਾ ਵਿਆਹ ਹੋ ਜਾਵੇਗਾ। ਕਦੀ-ਕਦੀ ਤਾਂ ਮੈਨੂੰ ਲੱਗਦਾ ਉਮਰ ਦੇ ਨਾਲ-ਨਾਲ ਪਾਪਾ ਦਾ ਦਿਮਾਗ ਵੀ ਖਰਾਬ ਹੋ ਗਿਆ ਹੈ। ਭਲਾ ਗੋਲੀਆਂ ਖਾਣ ਦੇ ਨਾਲ ਕਿਸੇ ਦਾ ਵਿਆਹ ਕਿੱਦਾਂ ਹੋ ਸਕਦਾ ਹੈ? ਗੋਲੀਆਂ ਦੇ ਆਸਰੇ ਮੈਂ 5 ਸਾਲ ਗੁਜ਼ਾਰ ਚੁੱਕੀ ਸੀ। ਫਿਰ ਇੱਕ ਦਿਨ ਮੇਰੇ ਲਈ ਸ਼ਹਿਰ ਦੇ ਇੱਕ ਬਹੁਤ ਵੱਡੇ ਵਕੀਲ ਦਾ ਰਿਸ਼ਤਾ ਆਇਆ, ਜਿਸ ਦੀ ਪਤਨੀ ਉਸ ਨੂੰ ਛੱਡ ਕੇ ਜਾ ਚੁੱਕੀ ਸੀ। ਉਸ ਦੀ ਇੱਕ ਬੇਟੀ ਵੀ ਸੀ। ਮੈਂ ਪਾਪਾ ਨੂੰ ਕਹਿ ਦਿੱਤਾ ਸੀ ਕਿ ਮੈਨੂੰ ਇਸ ਰਿਸ਼ਤੇ ਤੋਂ ਕੋਈ ਇਨਕਾਰ ਨਹੀਂ ਹੈ, ਤੁਸੀਂ ਮੇਰਾ ਰਿਸ਼ਤਾ ਇੱਥੇ ਕਰ ਦਿਓ। ਪਰ ਪਾਪਾ ਨੇ ਇਹ ਕਹਿ ਕੇ ਮਨਾ ਕਰਤਾ ਕਿ ਉਹ ਕਿਸੇ ਵਿਆਹੇ ਹੋਏ ਮਰਦ ਨਾਲ ਮੇਰਾ ਵਿਆਹ ਹਰਗਿਜ਼ ਨਹੀਂ ਕਰਨਗੇ। ਪਾਪਾ ਦੀ ਇਸ ਗੱਲ 'ਤੇ ਮੈਨੂੰ ਬਹੁਤ ਗੁੱਸਾ ਆਇਆ। ਹੁਣ ਮੈਂ ਕੋਈ 16-17 ਸਾਲ ਦੀ ਜਵਾਨ ਲੜਕੀ ਨਹੀਂ ਰਹੀ ਸੀ ਜਿਸ ਦੇ ਲਈ ਪਾਪਾ ਦੀ ਮਨਪਸੰਦ ਦਾ ਰਿਸ਼ਤਾ ਆਵੇ। ਪਾਪਾ ਦੀ ਇਸ ਖੁਆਇਸ਼ ਨੇ ਮੇਰੀ ਉਮਰ ਕੱਢਤੀ ਸੀ। ਮੈਂ ਗੁੱਸੇ ਨਾਲ ਵਾਪਸ ਆਪਣੇ ਕਮਰੇ ਵਿੱਚ ਚਲੀ ਗਈ। ਕੁਝ ਹੀ ਦੇਰ ਬਾਅਦ ਪਾਪਾ ਕਮਰੇ ਦਾ ਦਰਵਾਜ਼ਾ ਜ਼ੋਰ-ਜ਼ੋਰ ਦੀ ਖੜਕਾਉਣ ਲੱਗ ਪਏ। ਮਜਬੂਰਨ ਮੈਨੂੰ ਦਰਵਾਜ਼ਾ ਖੋਲ੍ਹਣਾ ਪਿਆ, ਪਰ ਮੈਂ ਸੋਚ ਲਿਆ ਸੀ ਕਿ ਮੈਂ ਪਾਪਾ ਨਾਲ ਕੋਈ ਗੱਲ ਨਹੀਂ ਕਰਾਂਗੀ। ਜਦੋਂ ਪਾਪਾ ਨੂੰ ਮੇਰੇ ਜਜ਼ਬਾਤਾਂ ਦੀ ਪਰਵਾਹ ਹੀ ਨਹੀਂ ਸੀ ਅਤੇ ਨਾ ਹੀ ਮੇਰੀ ਵੱਧਦੀ ਉਮਰ ਦਾ ਅਹਿਸਾਸ ਸੀ, ਤਾਂ ਮੈਨੂੰ ਉਹਨਾਂ ਨਾਲ ਕੋਈ ਗੱਲ ਨਹੀਂ ਕਰਨੀ ਸੀ। ਪਾਪਾ ਕਮਰੇ ਵਿੱਚ ਆਏ ਅਤੇ ਮੈਨੂੰ ਪਿਆਰ ਨਾਲ ਸਮਝਾਉਣ ਲੱਗ ਪਏ, ਨੰਦਨੀ ਬੇਟਾ, ਇੰਨੀ ਜਲਦਬਾਜ਼ੀ ਨਾ ਕਰ, ਤੇਰੀ ਕਿਸਮਤ ਵਿੱਚ ਬਹੁਤ ਚੰਗਾ ਲੜਕਾ ਲਿਖਿਆ ਹੈ। ਮੈਂ ਗੁੱਸੇ ਨਾਲ ਪਾਪਾ ਨੂੰ ਕਿਹਾ, ਉਹ ਚੰਗਾ ਲੜਕਾ ਕਦੋਂ ਆਵੇਗਾ? ਜਦੋਂ ਮੈਂ ਬੁੱਢੀ ਹੋ ਜਾਵਾਂਗੀ, ਕਿਉਂਕਿ ਅੱਧੀ ਉਮਰ ਤਾਂ ਗੁਜ਼ਰ ਚੁੱਕੀ ਹੈ। ਪਾਪਾ ਨੇ ਉਹੀ 7 ਗੋਲੀਆਂ ਤੇ ਦੁੱਧ ਦਾ ਗਿਲਾਸ ਮੇਰੇ ਅੱਗੇ ਰੱਖਿਆ ਅਤੇ ਕਹਿਣ ਲੱਗੇ, ਇਸ ਨੂੰ ਪੀ ਲੈ, ਫਿਰ ਦੇਖਣਾ ਕਿੰਨਾ ਚੰਗਾ ਲੜਕਾ ਮਿਲੇਗਾ। ਮੈਂ ਪਾਪਾ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਮੈਨੂੰ ਹੁਣ ਕੋਈ ਗੋਲੀਆਂ ਨਹੀਂ ਖਾਣੀਆਂ, ਇਹਨਾਂ ਗੋਲੀਆਂ ਨਾਲ ਕੁਝ ਵੀ ਨਹੀਂ ਹੋਣਾ। ਪਾਪਾ ਕਹਿਣ ਲੱਗੇ, ਇਹ ਜਾਦੂ ਦੀਆਂ ਗੋਲੀਆਂ ਹਨ, ਇਹ ਤੇਰੀ ਕਿਸਮਤ ਬਦਲ ਦੇਣਗੀਆਂ। ਪਾਪਾ ਨੇ ਜਦੋਂ ਮੈਨੂੰ ਇਹ ਗੋਲੀਆਂ ਖਿਲਾਉਣੀਆਂ ਸ਼ੁਰੂ ਕੀਤੀਆਂ ਸੀ ਤਾਂ ਮੈਂ ਬਹੁਤ ਹੈਰਾਨ ਹੋਈ ਸੀ, ਪਰ ਫਿਰ ਮੈਨੂੰ ਪਾਪਾ ਨੇ ਦੱਸਿਆ ਇਹਨਾਂ ਗੋਲੀਆਂ ਨਾਲ ਮੇਰੀ ਖੂਬਸੂਰਤੀ ਵਿੱਚ ਵਾਧਾ ਹੋਵੇਗਾ। ਪਾਪਾ ਦੀ ਗੱਲ ਸੁਣ ਕੇ ਮੈਂ ਖੁਸ਼ ਹੋ ਜਾਂਦੀ ਅਤੇ ਖੁਸ਼ੀ-ਖੁਸ਼ੀ ਦੁੱਧ ਦੇ ਨਾਲ ਗੋਲੀਆਂ ਖਾ ਕੇ ਗਹਿਰੀ ਨੀਂਦ ਵਿੱਚ ਚਲੀ ਜਾਂਦੀ। ਪਰ 5 ਸਾਲ ਗੁਜ਼ਰਨ ਤੋਂ ਬਾਅਦ ਵੀ ਨਾ ਹੀ ਮੇਰੀ ਕਿਸਮਤ ਦਾ ਦਰਵਾਜ਼ਾ ਖੁੱਲ੍ਹਿਆ ਤੇ ਨਾ ਹੀ ਕੋਈ ਮੇਰੀ ਬਰਾਤ ਲੈ ਕੇ ਆਇਆ।
ਮੇਰੀ ਉਮਰ ਤਕਰੀਬਨ 38 ਸਾਲ ਦੀ ਹੋ ਚੁੱਕੀ ਸੀ ਅਤੇ ਇੱਕ ਲੜਕੀ ਲਈ ਇੰਨੀ ਜ਼ਿਆਦਾ ਉਮਰ ਵਿੱਚ ਰਿਸ਼ਤਾ ਆਉਣਾ ਬਹੁਤ ਮੁਸ਼ਕਲ ਸੀ। ਇਸੇ ਕਰਕੇ ਮੇਰੀ ਉਮੀਦ ਨੇ ਦਮ ਤੋੜ ਦਿੱਤਾ ਸੀ। ਹਰ ਸਮੇਂ ਮੈਂ ਕਿਸੇ ਨਾ ਕਿਸੇ ਕੋਨੇ ਵਿੱਚ ਬਹਿ ਕੇ ਰੋਂਦੀ ਰਹਿੰਦੀ ਸੀ ਅਤੇ ਫਿਰ ਅਗਲੇ ਦਿਨ ਕੁਝ ਰਿਸ਼ਤੇ ਵਾਲੇ ਸਾਡੇ ਘਰ ਆਏ। ਲੜਕੇ ਦੀ ਭੈਣ ਰਿਸ਼ਤੇ ਵਾਲੀ ਆਂਟੀ ਦੇ ਨਾਲ ਆਈ ਸੀ। ਉਸਨੇ ਪਹਿਲੀ ਹੀ ਨਜ਼ਰ ਵਿੱਚ ਮੈਨੂੰ ਪਸੰਦ ਕਰ ਲਿਆ ਸੀ। ਇਹ ਗੱਲ ਮੇਰੇ ਲਈ ਬਹੁਤ ਹੈਰਾਨੀ ਵਾਲੀ ਸੀ। ਉਮਰ ਵਧਣ ਦੇ ਨਾਲ ਮੇਰੇ ਚਿਹਰੇ 'ਤੇ ਝੁਰੜੀਆਂ ਵਧਣ ਲੱਗ ਪਈਆਂ ਸੀ। ਮੈਨੂੰ ਲੱਗਿਆ ਉਹਨਾਂ ਦਾ ਭਰਾ ਸ਼ਾਇਦ ਮੇਰੇ ਤੋਂ ਵੀ ਕਿਤੇ ਜ਼ਿਆਦਾ ਉਮਰ ਵਾਲਾ ਹੋਵੇਗਾ ਜਾਂ ਫਿਰ ਪਹਿਲੇ ਤੋਂ ਵਿਆਹਿਆ ਹੋਵੇਗਾ। ਇਸੇ ਕਰਕੇ ਉਹਨਾਂ ਨੇ ਮੈਨੂੰ ਪਸੰਦ ਕਰ ਲਿਆ। ਪਰ ਜਿੱਦਾਂ ਹੀ ਮੈਂ ਫੋਟੋ ਦੇਖੀ ਤਾਂ ਮੈਂ ਹੈਰਾਨ ਰਹਿ ਗਈ। ਉਹ ਤਾਂ ਉਮਰ ਵਿੱਚ ਮੇਰੇ ਤੋਂ ਕਾਫੀ ਛੋਟਾ ਅਤੇ ਜਵਾਨ ਲੜਕਾ ਸੀ। ਫੋਟੋ ਵਿੱਚ ਤਾਂ ਕੋਈ ਐਬ ਨਜ਼ਰ ਨਹੀਂ ਆ ਰਿਹਾ ਸੀ ਅਤੇ ਨਾ ਹੀ ਉਹਨਾਂ ਨੇ ਮੇਰੇ ਵਿੱਚ ਕੋਈ ਨੁਕਸ ਕੱਢਿਆ। ਮੈਂ ਹੈਰਾਨ ਪਰੇਸ਼ਾਨ ਵਾਰ-ਵਾਰ ਤਸਵੀਰ ਦੇਖ ਰਹੀ ਸੀ ਅਤੇ ਫਿਰ ਉਹਨਾਂ ਲੋਕਾਂ ਦੇ ਜਾਣ ਤੋਂ ਬਾਅਦ ਮੈਂ ਇਹੀ ਗੱਲ ਆਪਣੇ ਪਾਪਾ ਨੂੰ ਕਹੀ ਤਾਂ ਪਾਪਾ ਹੱਸ ਕੇ ਬੋਲੇ, ਤੇਰੀ ਕਿਸਮਤ ਖੁੱਲ੍ਹ ਗਈ ਹੈ, ਤੈਨੂੰ ਹੁਣ ਵੀ ਪਰੇਸ਼ਾਨੀ ਹੈ। ਪਾਪਾ ਨੇ ਜਿੱਦਾਂ ਹੀ ਇਸ ਰਿਸ਼ਤੇ ਦੇ ਲਈ ਹਾਮੀ ਭਰੀ ਤਾਂ ਮੈਂ ਖੁਸ਼ੀ ਦੇ ਨਾਲ ਟੱਪਣ ਲੱਗ ਪਈ। ਪਾਪਾ ਦੀਆਂ ਗੋਲੀਆਂ ਕੰਮ ਕਰ ਗਈਆਂ ਸੀ। ਮਹੀਨੇ ਦੇ ਵਿੱਚ ਹੀ ਵਿਆਹ ਦੀ ਤਾਰੀਖ ਤੈਅ ਹੋ ਗਈ ਸੀ ਅਤੇ ਜਲਦੀ ਵਿਆਹ ਦੇ ਸਾਰੇ ਇੰਤਜ਼ਾਮ ਵੀ ਮੁਕੰਮਲ ਹੋ ਗਏ। ਪਾਪਾ ਨੇ ਖੁਦ ਮੈਨੂੰ ਆਪਣੇ ਹੱਥਾਂ ਨਾਲ ਵਿਦਾ ਕੀਤਾ ਸੀ। ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਮੈਂ ਆਪਣੇ ਪਾਪਾ ਦੇ ਘਰੋਂ ਵਿਦਾ ਹੋ ਕੇ ਆਪਣੇ ਸਹੁਰਿਆਂ ਦੇ ਘਰ ਪਹੁੰਚ ਗਈ ਹਾਂ। 38 ਸਾਲ ਦੀ ਉਮਰ ਵਿੱਚ ਦੁਲਹਨ ਬਣਨਾ ਇੱਕ ਅਲੱਗ ਹੀ ਤਜਰਬਾ ਸੀ ਅਤੇ ਵਾਰ-ਵਾਰ ਮੈਂ ਖੁਦ ਨੂੰ ਸ਼ੀਸ਼ੇ ਵਿੱਚ ਦੇਖ ਰਹੀ ਸੀ। ਫਿਰ ਮੈਂ ਆਰਾਮ ਨਾਲ ਬੈੱਡ 'ਤੇ ਬੈਠ ਗਈ। ਮੇਰਾ ਪਤੀ ਸੌਰਵ ਕਮਰੇ ਵਿੱਚ ਆਏ ਅਤੇ ਮੇਰੇ ਕੋਲ ਆ ਕੇ ਬੈਠ ਗਏ। ਜਦੋਂ ਕਾਫੀ ਸਮੇਂ ਤੱਕ ਸੌਰਵ ਦੇ ਮੂੰਹੋਂ ਕੋਈ ਸ਼ਬਦ ਨਾ ਨਿਕਲਿਆ ਤਾਂ ਮੈਂ ਖੁਦ ਹੀ ਆਪਣਾ ਘੁੰਡ ਚੁੱਕ ਲਿਆ ਅਤੇ ਮੈਨੂੰ ਐਦਾਂ ਲੱਗ ਰਿਹਾ ਸੀ ਕਿ ਜਿੱਦਾਂ ਉਹਨਾਂ ਦਾ ਵਿਆਹ ਮੇਰੇ ਨਾਲ ਜ਼ਬਰਦਸਤੀ ਕਰਵਾਇਆ ਗਿਆ ਹੋਵੇ। ਮੈਂ ਤੁਰੰਤ ਸੌਰਵ ਦਾ ਹੱਥ ਫੜ ਲਿਆ ਅਤੇ ਉਸ ਨੂੰ ਯਕੀਨ ਦਿਲਵਾਉਣਾ ਚਾਹਿਆ ਕਿ ਮੈਂ ਸਾਰੀ ਜ਼ਿੰਦਗੀ ਉਹਨਾਂ ਨਾਲ ਵਫਾਦਾਰ ਰਹਾਂਗੀ ਅਤੇ ਉਹਨਾਂ ਦੀ ਖਿਦਮਤ ਕਰਾਂਗੀ। ਬਸ ਮੈਨੂੰ ਇੱਕ ਮੌਕਾ ਦੇ ਦਿਓ। ਮੇਰੀ ਗੱਲ ਸੁਣ ਕੇ ਸੌਰਵ ਅਜੀਬ ਜਿਹੇ ਅੰਦਾਜ਼ 'ਚ ਹੱਸਣ ਲੱਗ ਪਏ ਅਤੇ ਕਹਿਣ ਲੱਗੇ, ਤੈਨੂੰ ਮੌਕਾ ਦੇਣ ਦੀ ਕੀ ਜ਼ਰੂਰਤ ਹੈ? ਤੂੰ ਤਾਂ ਪਹਿਲਾਂ ਤੋਂ ਹੀ ਇੱਕ ਤਜਰਬੇਕਾਰ ਔਰਤ ਹੈ। ਸੌਰਵ ਦੀ ਗੱਲ ਸੁਣ ਕੇ ਮੈਂ ਸ਼ਰਮਿੰਦਾ ਹੋ ਗਈ। ਮੈਨੂੰ ਲੱਗਿਆ ਸ਼ਾਇਦ ਉਹ ਮੈਨੂੰ ਉਮਰ ਦਾ ਤਾਨਾ ਦੇ ਰਿਹਾ ਸੀ ਕਿਉਂਕਿ ਮੈਂ ਉਮਰ ਵਿੱਚ ਤਕਰੀਬਨ 4 ਸਾਲ ਵੱਡੀ ਸੀ। ਸੌਰਵ ਨੇ ਆਪਣਾ ਫੋਨ ਕੱਢਿਆ ਤੇ ਸਕਰੀਨ 'ਤੇ ਕੁਝ ਬਟਨ ਦਬਾਉਣ ਤੋਂ ਬਾਅਦ ਆਪਣਾ ਫੋਨ ਮੇਰੇ ਸਾਹਮਣੇ ਕਰ ਦਿੱਤਾ, ਜਿਸ ਨੂੰ ਦੇਖ ਕੇ ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਕਿਉਂਕਿ ਉਹਨਾਂ ਦੇ ਮੋਬਾਈਲ ਦੀ ਸਕਰੀਨ 'ਤੇ ਕੋਈ ਹੋਰ ਨਹੀਂ ਬਲਕਿ ਮੈਂ ਹੀ ਸੀ ਅਤੇ ਜੋ ਮੰਜ਼ਰ ਨਜ਼ਰ ਆ ਰਿਹਾ ਸੀ ਉਸ ਨੂੰ ਦੇਖ ਕੇ ਤਾਂ ਮੈਂ ਹੱਕੀ ਬੱਕੀ ਰਹਿ ਗਈ। ਮੇਰੀ ਇੱਦਾਂ ਦੀ ਤਸਵੀਰ ਸੌਰਵ ਦੇ ਮੋਬਾਈਲ ਵਿੱਚ ਕਿਸਨੇ ਭੇਜੀ ਸੀ? ਮੈਂ ਸਮਝ ਹੀ ਨਹੀਂ ਪਾ ਰਹੀ ਸੀ। ਮੈਂ ਹੈਰਾਨੀ ਅਤੇ ਹੰਝੂ ਭਰੀਆਂ ਅੱਖਾਂ ਨਾਲ ਸੌਰਵ ਦੇ ਵੱਲ ਦੇਖਿਆ ਅਤੇ ਪੁੱਛਿਆ, ਇਹ ਕੀ ਹੈ? ਤਾਂ ਉਹ ਨਫ਼ਰਤ ਨਾਲ ਬੋਲਿਆ, ਤੂੰ ਮੈਨੂੰ ਦੱਸ ਇਹ ਕੀ ਹੈ? ਤੇਰੀ ਇੱਦਾਂ ਦੀ ਤਸਵੀਰ ਮੇਰੇ ਕੋਲ ਮੌਜੂਦ ਹੈ ਤੇ ਤੂੰ ਮੇਰੇ ਕੋਲੋਂ ਪੁੱਛ ਰਹੀ ਆ ਕਿ ਇਹ ਕੀ ਹੈ? ਤੂੰ ਖੁਦ ਦੇਖ, ਤੇਰੀ ਕਿੱਦਾਂ ਦੀ ਤਸਵੀਰ ਹੈ? ਇਸ ਵਿੱਚ ਕੀ ਨਜ਼ਰ ਆ ਰਿਹਾ ਹੈ? ਇਹ ਤਸਵੀਰ ਖੁਦ ਚੀਕ ਕੇ ਕਹਿ ਰਹੀ ਹੈ ਕਿ ਤੂੰ ਤਾਂ ਪਹਿਲਾਂ ਤੋਂ ਹੀ। ਸੌਰਵ ਨੇ ਨਫ਼ਰਤ ਨਾਲ ਆਪਣਾ ਮੂੰਹ ਫੇਰ ਲਿਆ ਸੀ। ਤੂੰ ਤਾਂ ਪਹਿਲਾਂ ਤੋਂ ਹੀ ਤਜਰਬੇਕਾਰ ਆ। ਜੇ ਵਿਆਹ ਤੋਂ ਪਹਿਲਾਂ ਮੈਂ ਇਹ ਤਸਵੀਰ ਦੇਖੀ ਹੁੰਦੀ ਤਾਂ ਤੇਰੇ ਨਾਲ ਵਿਆਹ ਕਰਨ ਦਾ ਸੋਚਦਾ ਵੀ ਨਾ। ਮੈਂ ਤਾਂ ਇਹ ਸੋਚ ਕੇ ਤੇਰੇ ਨਾਲ ਵਿਆਹ ਕਰਵਾਇਆ ਸੀ ਕਿ ਤੂੰ ਕੁਆਰੀ ਤੇ ਸਿੱਧੀ ਜਿਹੀ ਔਰਤ ਆ ਜਿਸ ਦਾ ਅਜੇ ਤੱਕ ਵਿਆਹ ਨਹੀਂ ਹੋਇਆ। ਤੈਨੂੰ ਆਸਰਾ ਦੇਵਾਂਗਾ ਤੇ ਇਕੱਠੇ ਚੰਗਾ ਜੀਵਨ ਗੁਜ਼ਾਰਾਂਗੇ। ਪਰ ਮੈਨੂੰ ਕੀ ਪਤਾ ਸੀ ਕਿ ਤੂੰ ਇੱਦਾਂ ਦੀ ਔਰਤ ਆ। ਘੁੰਡ ਤਾਂ ਇੱਦਾਂ ਲੈ ਰੱਖਿਆ ਸੀ ਜਿੱਦਾਂ ਬਹੁਤ ਸ਼ਰਮ ਵਾਲੀ ਆ। ਸੌਰਵ ਦੀਆਂ ਗੱਲਾਂ ਨੇ ਮੇਰਾ ਮੂੰਹ ਸੀ ਦਿੱਤਾ ਸੀ। ਮੈਂ ਬਹੁਤ ਕੁਝ ਕਹਿਣਾ ਚਾਹੁੰਦੀ ਸੀ ਪਰ ਮੇਰੀ ਜ਼ੁਬਾਨ ਮੇਰਾ ਸਾਥ ਨਹੀਂ ਦੇ ਰਹੀ ਸੀ। ਥੋੜ੍ਹੀ ਦੇਰ ਪਹਿਲਾਂ ਜੋ ਜਜ਼ਬਾਤ ਮੇਰੇ ਦਿਲ ਵਿੱਚ ਸੀ ਸਭ ਖਤਮ ਹੋ ਚੁੱਕੇ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਸੌਰਵ ਨੂੰ ਕੀ ਕਹਾਂ। ਮੈਂ ਨਹੀਂ ਜਾਣਦੀ ਸੀ ਕਿ ਮੇਰੀ ਇੱਦਾਂ ਦੀ ਤਸਵੀਰ ਸੌਰਵ ਦੇ ਕੋਲ ਕਿੱਥੋਂ ਆ ਗਈ, ਪਰ ਮੈਂ ਇੰਨਾ ਜਾਣਦੀ ਸੀ ਕਿ ਸਭ ਖਤਮ ਹੋ ਚੁੱਕਿਆ ਸੀ। ਮੈਂ ਖੁਦ ਹੈਰਾਨ ਸੀ ਕਿ ਮੈਂ ਤਾਂ ਕਦੀ ਵੀ ਇੱਦਾਂ ਦੀ ਕੋਈ ਹਰਕਤ ਕੀਤੀ ਹੀ ਨਹੀਂ। ਫਿਰ ਮੇਰੀ ਇੱਦਾਂ ਦੀ ਤਸਵੀਰ ਕਿੱਥੋਂ ਤੇ ਕਿਸਨੇ ਲਈ? ਮੇਰੀ ਇੱਦਾਂ ਦੀ ਤਸਵੀਰ ਦੇਖਣ ਤੋਂ ਬਾਅਦ ਤਾਂ ਸੌਰਵ ਕਦੀ ਵੀ ਮੈਨੂੰ ਆਪਣੀ ਜ਼ਿੰਦਗੀ ਵਿੱਚ ਨਾ ਰੱਖਦੇ ਅਤੇ ਇਸ ਗੱਲ ਨੇ ਮੇਰੀ ਜਾਨ ਕੱਢ ਦਿੱਤੀ ਸੀ। ਬਹੁਤ ਮਿੰਨਤਾਂ ਤੇ ਮੁਰਾਦਾਂ ਤੋਂ ਬਾਅਦ ਉਮਰ ਦੇ ਇਸ ਹਿੱਸੇ ਵਿੱਚ ਆ ਕੇ ਮੇਰਾ ਵਿਆਹ ਹੋਇਆ ਸੀ ਅਤੇ ਪਹਿਲੀ ਰਾਤ ਹੀ ਸਭ ਕੁਝ ਮਿੱਟੀ ਵਿੱਚ ਮਿਲ ਗਿਆ ਸੀ। ਮੇਰੀਆਂ ਅੱਖਾਂ ਵਿੱਚ ਅੱਥਰੂ ਆ ਗਏ ਸੀ। ਮੇਰੀ ਤਸਵੀਰ ਹੁਣ ਮੇਰੇ ਸਾਹਮਣੇ ਹੀ ਖੁੱਲ੍ਹੀ ਪਈ ਸੀ।
ਮੈਂ ਆਪਣੀਆਂ ਨਜ਼ਰਾਂ ਨੂੰ ਝੁਕਾ ਲਿਆ। ਸੌਰਵ ਕਹਿ ਰਹੇ ਸੀ ਕਿ ਤੂੰ ਤਾਂ ਬਹੁਤ ਹੀ ਮਕਾਰ ਨਿਕਲੀ, ਪਤਾ ਨਹੀਂ ਕਿਸ ਕਿਸ ਦੇ ਨਾਲ ਇਹ ਗੰਦਾ ਕੰਮ। ਮੈਂ ਉਹਨਾਂ ਦੀ ਪੂਰੀ ਗੱਲ ਸੁਣੇ ਬਗੈਰ ਹੀ ਆਪਣੇ ਦੋਨੋਂ ਹੱਥ ਕੰਨਾਂ 'ਤੇ ਰੱਖ ਲਏ। ਸੌਰਵ ਦੇ ਲਫ਼ਜ਼ ਮੇਰੀ ਰੂਹ ਨੂੰ ਚੀਰ ਰਹੇ ਸੀ। ਮੇਰਾ ਪਿਛਲਾ ਵਕਤ ਬਹੁਤ ਮੁਸ਼ਕਲ ਨਾਲ ਗੁਜ਼ਰਿਆ ਸੀ। ਮੈਨੂੰ ਪਹਿਲਾਂ ਕੰਡੇ ਹੀ ਮਿਲੇ ਸੀ। ਮੈਂ ਅੱਖਾਂ ਬੰਦ ਕਰਕੇ ਗੁਜ਼ਰੇ ਵਕਤ ਦਾ ਸੋਚ ਰਹੀ ਸੀ, ਜਿੱਥੇ ਮੈਨੂੰ ਕੁਝ ਪਲ ਦਾ ਵੀ ਸਕੂਨ ਨਾ ਮਿਲ ਸਕਿਆ। ਤੇ ਹੁਣ ਜਦੋਂ ਸਕੂਨ ਦਾ ਸਾਹ ਲੈਣ ਦਾ ਸੋਚਿਆ ਸੀ ਤਾਂ ਸਭ ਖਰਾਬ ਹੋ ਗਿਆ। ਮੇਰਾ ਨਾਮ ਨੰਦਨੀ ਹੈ। ਮੇਰਾ ਤਾਲੁਕ ਪੰਜਾਬ ਤੋਂ ਹੈ। ਮੇਰੇ ਮਾਂ-ਬਾਪ ਬਹੁਤ ਹੀ ਚੰਗੇ ਅਤੇ ਮੁਹੱਬਤ ਕਰਨ ਵਾਲੇ ਸੀ। ਮੇਰੇ ਹੱਥ ਜਗ੍ਹਾ ਜਗ੍ਹਾ ਤੋਂ ਸੜੇ ਸੀ, ਪਰ ਪਾਪਾ ਨੇ ਕਦੀ ਉਹਨਾਂ ਸੜੇ ਹੱਥਾਂ 'ਤੇ ਨਜ਼ਰ ਨਹੀਂ ਮਾਰੀ ਸੀ ਅਤੇ ਨਾ ਹੀ ਕਦੀ ਮੇਰੇ ਦਰਦ ਨੂੰ ਮਹਿਸੂਸ ਕੀਤਾ ਸੀ। ਮੈਂ ਬਿਮਾਰ ਹੁੰਦੀ ਜਾਂ ਦੁੱਖ ਹੁੰਦਾ ਹਮੇਸ਼ਾ ਰਸੋਈ ਵਿੱਚ ਲੁਕ ਕੇ ਹੀ ਅੱਥਰੂ ਵਹਾ ਲੈਂਦੀ ਸੀ। ਜਦੋਂ ਵੀ ਉਹਨੂੰ ਕੁਝ ਚੰਗਾ ਸਿਖਾਉਣ ਦੀ ਕੋਸ਼ਿਸ਼ ਕਰਦੀ ਤਾਂ ਉਹ ਪਾਪਾ ਨੂੰ ਮੇਰੀਆਂ ਸੱਚੀਆਂ ਝੂਠੀਆਂ ਸ਼ਿਕਾਇਤਾਂ ਲਗਾਉਂਦਾ। ਫਿਰ ਪਾਪਾ ਮੈਨੂੰ ਮਾਰਦੇ ਕੁੱਟਦੇ। ਮੰਨੂ ਨੇ 10ਵੀਂ ਦੇ ਇਮਤਿਹਾਨ ਦਿੱਤੇ ਤਾਂ ਉਸਦੇ ਨੰਬਰ ਕੁਝ ਖਾਸ ਨਹੀਂ ਸੀ, ਜਿਸ ਕਰਕੇ ਉਸਨੂੰ ਕਿਸੇ ਚੰਗੇ ਕਾਲਜ ਵਿੱਚ ਦਾਖਲਾ ਨਾ ਮਿਲਿਆ। ਤਾਂ ਪਾਪਾ ਨੇ ਉਸਦਾ ਇੱਕ ਦੂਰ ਦੇ ਕਾਲਜ ਵਿੱਚ ਦਾਖਲਾ ਕਰਵਾ ਦਿੱਤਾ ਅਤੇ ਹੋਸਟਲ ਵਿੱਚ ਰਹਿਣ ਲੱਗਾ ਅਤੇ ਮੈਂ ਪਾਪਾ ਦੇ ਨਾਲ ਘਰ ਵਿੱਚ ਇਕੱਲੀ ਤਨਹਾ ਰਹਿ ਗਈ ਸੀ। ਮੰਨੂ ਦੇ ਜਾਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਉਸਦੇ ਹੋਣ ਨਾਲ ਮੇਰੀ ਜ਼ਿੰਦਗੀ ਵਿੱਚ ਕੁਝ ਰੌਣਕ ਸੀ। ਹੁਣ ਤਾਂ ਇਹ ਘਰ ਵੀਰਾਨ ਹੋ ਗਿਆ ਸੀ। ਮੰਨੂ ਦੇ ਜਾਣ ਤੋਂ ਬਾਅਦ ਪਾਪਾ ਵੀ ਮੇਰੇ ਕਰੀਬ ਹੋ ਗਏ। ਅਕਸਰ ਪਾਪਾ ਮੇਰੇ ਕਮਰੇ ਵਿੱਚ ਚਲੇ ਆਉਂਦੇ ਤੇ ਘੰਟਾ ਘੰਟਾ ਗੱਲਾਂ ਕਰਦੇ ਰਹਿੰਦੇ। ਜਿੱਦਾਂ ਜਿੱਦਾਂ ਉਹਨਾਂ ਦੀ ਉਮਰ ਵਿੱਚ ਵਾਧਾ ਹੋ ਰਿਹਾ ਸੀ, ਉਹਨਾਂ ਦੇ ਸੁਭਾਅ ਵਿੱਚ ਬਦਲਾਅ ਆ ਰਿਹਾ ਸੀ। ਇਸੇ ਗੱਲ ਨੇ ਮੈਨੂੰ ਨਵੀਂ ਜ਼ਿੰਦਗੀ ਦੇ ਦਿੱਤੀ ਸੀ। ਮੰਨੂ ਨੂੰ ਗਿਆ ਨੂੰ 5 ਸਾਲ ਹੋਣ ਵਾਲੇ ਸੀ, ਪਰ ਉਹ ਪਲਟ ਕੇ ਵਾਪਸ ਨਹੀਂ ਆਇਆ। ਪਾਪਾ ਉਹਨੂੰ ਬਹੁਤ ਪੈਸਾ ਭੇਜਦੇ ਹੁੰਦੇ ਸੀ। ਮੈਂ ਪਾਪਾ ਨੂੰ ਜਦੋਂ ਵੀ ਕਹਿੰਦੀ ਕਿ ਮੰਨੂ ਨੂੰ ਵਾਪਸ ਬੁਲਾ ਲਓ ਤਾਂ ਪਾਪਾ ਇਨਕਾਰ ਕਰ ਦਿੰਦੇ ਅਤੇ ਬੜੇ ਹੀ ਪਿਆਰ ਨਾਲ ਕਹਿੰਦੇ, ਮੇਰੀ ਨੰਦਨੀ ਹੈ ਨਾ ਮੇਰੇ ਨਾਲ। ਪਰ ਬਹੁਤ ਜਲਦੀ ਪਾਪਾ ਦੇ ਇਸ ਮੁਹੱਬਤ ਭਰੇ ਲਹਿਜੇ ਦਾ ਰਾਜ਼ ਵੀ ਮੇਰੇ ਸਾਹਮਣੇ ਆ ਗਿਆ। ਮੰਨੂ ਨੇ ਕਿਸੇ ਅਮੀਰਜ਼ਾਦੀ ਨਾਲ ਵਿਆਹ ਕਰਵਾ ਲਿਆ ਸੀ ਤੇ ਉਹ ਉਸਦੇ ਬੰਗਲੇ ਵਿੱਚ ਸ਼ਿਫਟ ਹੋ ਗਿਆ ਸੀ। ਨਾ ਹੀ ਉਹ ਹੁਣ ਵਾਪਸ ਆਉਣਾ ਚਾਹੁੰਦਾ ਸੀ ਅਤੇ ਨਾ ਹੀ ਸਾਡੇ ਨਾਲ ਕੋਈ ਰਿਸ਼ਤਾ ਰੱਖਣਾ ਚਾਹੁੰਦਾ ਸੀ। ਪਰ ਆਪਣੇ ਬੇਟੇ ਦਾ ਭਰਮ ਰੱਖਣ ਦੇ ਲਈ ਪਾਪਾ ਨੇ ਇਹ ਗੱਲ ਮੇਰੇ ਕੋਲੋਂ ਲੁਕੋਈ ਸੀ। ਮੈਂ ਵੀ ਪਾਪਾ ਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੁੰਦੀ ਸੀ। ਮੈਂ ਪਾਪਾ ਨੂੰ ਪੁਰਾਣੀਆਂ ਸਾਰੀਆਂ ਗੱਲਾਂ ਲਈ ਮਾਫ਼ ਕਰ ਦਿੱਤਾ ਸੀ। ਇਸੇ ਕਰਕੇ ਪਾਪਾ ਨਾਲ ਪਿਆਰ ਨਾਲ ਖੁਸ਼ੀ-ਖੁਸ਼ੀ ਰਹਿ ਰਹੀ ਸੀ। ਜ਼ਿੰਦਗੀ ਐਦਾਂ ਹੀ ਗੁਜ਼ਰ ਰਹੀ ਸੀ। ਪਰ ਕੁਝ ਵਕਤ ਵਿੱਚ ਹੀ ਮੈਨੂੰ ਅਹਿਸਾਸ ਹੋਇਆ ਕਿ ਪਾਪਾ ਮੇਰੇ ਵਾਸਤੇ ਆਉਣ ਵਾਲੇ ਹਰ ਰਿਸ਼ਤੇ ਨੂੰ ਇਨਕਾਰ ਕਰ ਦਿੰਦੇ ਸੀ ਜਾਂ ਰਿਸ਼ਤੇ ਵਾਲੇ ਖੁਦ ਹੀ ਮਨਾ ਕਰਕੇ ਚਲੇ ਜਾਂਦੇ ਸੀ। ਕੁਝ ਸਾਲਾਂ ਤੱਕ ਇਹ ਸਿਲਸਿਲਾ ਚੱਲਦਾ ਰਿਹਾ ਅਤੇ ਪਾਪਾ ਨੇ ਵਿਆਹ ਦੇ ਨਾਮ 'ਤੇ ਮੈਨੂੰ ਗੋਲੀਆਂ ਖਿਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿੱਦਾਂ ਕਿੱਦਾਂ ਕਰਕੇ ਮੇਰਾ ਸੌਰਵ ਨਾਲ ਵਿਆਹ ਹੋਇਆ। ਪਰ ਵਿਆਹ ਦੀ ਪਹਿਲੀ ਰਾਤ ਹੀ ਮੇਰੀ ਐਦਾਂ ਤਸਵੀਰ ਮੈਨੂੰ ਦੇਖਣ ਨੂੰ ਮਿਲੀ, ਜਿਸ ਨੂੰ ਦੇਖ ਕੇ ਮੈਂ ਖੁਦ ਨਾਲ ਵੀ ਨਜ਼ਰਾਂ ਨਹੀਂ ਮਿਲਾ ਪਾ ਰਹੀ ਸੀ। ਮੈਂ ਲੜਖੜਾਉਂਦੀ ਆਵਾਜ਼ ਨਾਲ ਸੌਰਵ ਨੂੰ ਦੱਸਣਾ ਚਾਹਿਆ ਕਿ ਇਹ ਤਸਵੀਰ ਮੇਰੀ ਨਹੀਂ ਹੈ ਅਤੇ ਨਾ ਹੀ ਮੈਨੂੰ ਇਸ ਦੇ ਬਾਰੇ ਕੁਝ ਪਤਾ ਹੈ। ਪਰ ਸੌਰਵ ਨੇ ਮੈਨੂੰ ਬਹੁਤ ਗੁੱਸੇ ਨਾਲ ਬੋਲਿਆ, ਤੂੰ ਤਾਂ ਬਹੁਤ ਢੀਠ ਹਾਂ, ਝੂਠ ਤੇ ਝੂਠ ਬੋਲ ਰਹੀ ਹਾਂ। ਗੌਰ ਨਾਲ ਦੇਖ, ਇਹ ਤੇਰਾ ਹੀ ਕਮਰਾ ਹੈ, ਤੇਰਾ ਹੀ ਬਿਸਤਰਾ ਹੈ। ਜਦੋਂ ਮੈਂ ਗੌਰ ਨਾਲ ਦੇਖਿਆ ਤਾਂ ਵਾਕਈ ਉਹ ਮੇਰਾ ਹੀ ਕਮਰਾ ਸੀ। ਕੰਧ ਦਾ ਉਹ ਨੀਲਾ ਰੰਗ ਮੇਰੀ ਬਰਬਾਦੀ ਦੀ ਦਾਸਤਾਨ ਸੁਣਾ ਰਿਹਾ ਸੀ। ਮੈਨੂੰ ਖੁਦ ਨਹੀਂ ਪਤਾ ਸੀ ਕਿ ਮੇਰੀ ਐਦਾਂ ਦੀ ਤਸਵੀਰ ਕਿਸਨੇ ਅਤੇ ਕਦੋਂ ਲਈ। ਪਰ ਸੌਰਵ ਮੇਰੀ ਗੱਲ ਮੰਨਣ ਲਈ ਤਿਆਰ ਹੀ ਨਹੀਂ ਸੀ। ਉਹਨਾਂ ਨੇ ਕਿਹਾ, ਇੱਕ ਹੀ ਰਾਤ ਤੂੰ ਸਾਡੇ ਘਰ ਗੁਜ਼ਾਰ ਸਕਦੀ ਆਂ, ਪਰ ਆਉਣ ਵਾਲੀ ਸਵੇਰ ਵਿੱਚ ਸਾਡਾ ਕੋਈ ਤਾਲੁਕ ਨਹੀਂ ਹੋਵੇਗਾ। ਸੌਰਵ ਦੀ ਇਸ ਗੱਲ ਨੇ ਮੇਰੇ ਰੌਂਗਟੇ ਖੜੇ ਕਰ ਦਿੱਤੇ। ਮੈਂ ਵਾਪਸ ਆਪਣੇ ਬਾਪ ਦੇ ਘਰ ਨਹੀਂ ਜਾਣਾ ਚਾਹੁੰਦੀ ਸੀ। ਮੈਂ ਸਾਰੀ ਰਾਤ ਸੌਰਵ ਦੇ ਪੈਰਾਂ ਵਿੱਚ ਬੈਠ ਕੇ ਉਸ ਦੀ ਮਿੰਨਤਾਂ ਕਰਦੀ ਰਹੀ ਕਿ ਇਹ ਮੇਰੀ ਤਸਵੀਰ ਨਹੀਂ ਹੈ, ਮੈਂ ਕੋਈ ਘਟੀਆ ਔਰਤ ਨਹੀਂ ਹਾਂ। ਹੱਥ ਜੋੜ ਕੇ ਆਪਣੀ ਬੇਗੁਨਾਹੀ ਦਾ ਯਕੀਨ ਦਿਲਵਾਉਂਦੀ ਰਹੀ। ਪਰ ਸੌਰਵ ਨੇ ਮੇਰੀ ਕਿਸੇ ਗੱਲ 'ਤੇ ਯਕੀਨ ਨਾ ਕੀਤਾ ਅਤੇ ਸਵੇਰ ਦੇ ਸਮੇਂ ਜਦੋਂ ਸੌਰਵ ਦੀ ਵੱਡੀ ਭੈਣ ਕਮਰੇ ਵਿੱਚ ਆਈ ਤਾਂ ਸੌਰਵ ਨੇ ਉਹਨਾਂ ਨੂੰ ਸਾਰੀ ਹਕੀਕਤ ਦੱਸ ਕੇ ਆਪਣਾ ਫੈਸਲਾ ਸੁਣਾ ਦਿੱਤਾ ਕਿ ਉਹ ਮੈਨੂੰ ਆਪਣੀ ਜ਼ਿੰਦਗੀ ਵਿੱਚ ਬਰਦਾਸ਼ਤ ਨਹੀਂ ਕਰਨਾ ਚਾਹੁੰਦਾ ਸੀ। ਸੌਰਵ ਦੀ ਵੱਡੀ ਭੈਣ ਨੀਂਦ ਵਿੱਚ ਵੀ ਸਾਰੀ ਗੱਲ ਬੜੇ ਧਿਆਨ ਨਾਲ ਸੁਣ ਰਹੀ ਸੀ ਅਤੇ ਸੌਰਵ ਨੂੰ ਕਿਹਾ ਕਿ ਜਲਦਬਾਜ਼ੀ ਵਿੱਚ ਕੋਈ ਗਲਤ ਫੈਸਲਾ ਕਰਨ ਦੀ ਜ਼ਰੂਰਤ ਨਹੀਂ, ਆਰਾਮ ਨਾਲ ਇਸ ਮਸਲੇ ਨੂੰ ਹੱਲ ਕਰੋ, ਕਿਉਂਕਿ ਨੰਦਨੀ ਜਦੋਂ ਮੰਨਣ ਲਈ ਤਿਆਰ ਹੀ ਨਹੀਂ ਕਿ ਤਸਵੀਰ ਉਸਦੀ ਹੈ ਤਾਂ ਫਿਰ ਸਾਨੂੰ ਪਹਿਲਾਂ ਸੱਚ ਦਾ ਪਤਾ ਲਗਾਉਣਾ ਚਾਹੀਦਾ ਹੈ। ਕਿਤੇ ਐਦਾਂ ਨਾ ਹੋਵੇ ਕਿ ਗੁੱਸੇ ਵਿੱਚ ਆ ਕੇ ਤੂੰ ਇੱਕ ਮਜਬੂਰ ਦੇ ਨਾਲ ਨਾਇਨਸਾਫੀ ਕਰ ਬੈਠੇ।
ਸੌਰਵ ਦੀ ਭੈਣ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਕਿ ਮੇਰੀ ਐਦਾਂ ਦੀ ਤਸਵੀਰ ਦੇਖਣ ਤੋਂ ਬਾਅਦ ਵੀ ਮੇਰੇ ਖਿਲਾਫ ਨਹੀਂ ਹੋਈ, ਬਲਕਿ ਮੈਨੂੰ ਇੱਕ ਮੌਕਾ ਦੇਣਾ ਚਾਹੁੰਦੀ ਸੀ। ਬਹੁਤ ਨਰਮੀ ਨਾਲ ਉਹ ਮੈਨੂੰ ਪੁੱਛਣ ਲੱਗ ਪਈ ਕਿ ਇਹ ਕਿੱਦਾਂ ਮੁਮਕਿਨ ਹੈ ਕਿ ਕਿਸੇ ਨੇ ਤੇਰੀ ਐਦਾਂ ਦੀ ਤਸਵੀਰ ਲਈ ਤੇ ਤੈਨੂੰ ਪਤਾ ਹੀ ਨਹੀਂ। ਤੂੰ ਕੀ ਨੀਂਦ ਦੀ ਦਵਾਈ ਲੈਂਦੀ ਆ? ਮੈਂ ਉਹਨਾਂ ਨੂੰ ਦੱਸਿਆ ਕਿ ਐਦਾਂ ਦੀ ਕੋਈ ਗੱਲ ਨਹੀਂ ਹੈ, ਪਰ ਜਦੋਂ ਵੀ ਮੈਂ ਪਾਪਾ ਦੀਆਂ ਦਿੱਤੀਆਂ ਹੋਈਆਂ ਗੋਲੀਆਂ ਖਾਂਦੀ ਹਾਂ ਤਾਂ ਮੈਨੂੰ ਗਹਿਰੀ ਨੀਂਦ ਆ ਜਾਂਦੀ ਹੈ। ਮੇਰੀ ਗੱਲ ਸੁਣ ਕੇ ਉਹ ਹੈਰਾਨੀ ਨਾਲ ਕਹਿਣ ਲੱਗੀ ਕਿ ਤੇਰੇ ਪਾਪਾ ਤੈਨੂੰ ਕਿਹੜੀਆਂ ਗੋਲੀਆਂ ਖਿਲਾਉਂਦੇ ਹਨ? ਅਤੇ ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਮੇਰੇ ਵਿਆਹ ਦੇ ਲਈ ਮੈਨੂੰ 7 ਗੋਲੀਆਂ ਖਿਲਾਉਂਦੇ ਸੀ। ਮੇਰੀ ਗੱਲ ਸੁਣ ਕੇ ਸੌਰਵ ਤੇ ਦੀਦੀ ਦੋਨੋਂ ਚੌਂਕ ਗਏ ਤੇ ਕਹਿਣ ਲੱਗੇ, ਐਦਾਂ ਦੀ ਕਿਹੜੀ ਗੋਲੀ ਆਉਂਦੀ ਹੈ? ਸ਼ਾਇਦ ਤੂੰ ਪੜ੍ਹੀ ਲਿਖੀ ਨਹੀਂ ਆ ਅਤੇ ਸਾਰੀ ਜ਼ਿੰਦਗੀ ਆਪਣੇ ਬਾਪ ਦੇ ਨਾਲ ਘਰ ਵਿੱਚ ਹੀ ਗੁਜ਼ਾਰ ਦਿੱਤੀ, ਇਸੇ ਕਰਕੇ ਉਹਨਾਂ ਦੀ ਗੱਲ 'ਤੇ ਯਕੀਨ ਕਰ ਲਿਆ। ਦਾਲ ਵਿੱਚ ਜ਼ਰੂਰ ਕੁਝ ਨਾ ਕੁਝ ਕਾਲਾ ਹੈ। ਤੇਰਾ ਬਾਪ ਤੇਰਾ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਤੇ ਇਹ ਗੱਲ ਮੈਨੂੰ ਰਿਸ਼ਤੇ ਵਾਲੀ ਨੇ ਦੱਸੀ ਸੀ ਕਿ ਤੇਰੇ ਬਾਪ ਨੇ ਅੱਜ ਤੱਕ ਤੇਰੇ ਘਰ ਆਉਣ ਵਾਲੇ ਹਰ ਰਿਸ਼ਤੇ ਨੂੰ ਖੁਦ ਜਵਾਬ ਦਿੱਤਾ ਸੀ। ਸੌਰਵ ਨੇ ਕਿਹਾ ਕਿ ਇਸ ਤਸਵੀਰ ਦਾ ਸੱਚ ਵੀ ਪਤਾ ਲਗਾ ਲੈਂਦੇ ਆ। ਸੌਰਵ ਨੇ ਸਭ ਤੋਂ ਪਹਿਲਾਂ ਇਹ ਪਤਾ ਕੀਤਾ ਕਿ ਤਸਵੀਰ ਆਈ ਕਿੱਥੋਂ ਹੈ। ਫਿਰ ਉਹਨਾਂ ਨੂੰ ਪਤਾ ਲੱਗਾ ਕਿ ਇਹ ਤਸਵੀਰ ਕਿਸੇ ਹੋਰ ਨੇ ਨਹੀਂ ਬਲਕਿ ਮੇਰੇ ਬਾਪ ਨੇ ਹੀ ਭੇਜੀ ਹੈ। ਉਸ ਤਸਵੀਰ ਵਿੱਚ ਮੈਂ ਆਪਣੇ ਹੀ ਕਮਰੇ ਵਿੱਚ ਆਪਣੇ ਹੀ ਬਿਸਤਰ 'ਤੇ ਮੌਜੂਦ ਸੀ ਅਤੇ ਮੇਰੇ ਨਾਲ ਕੋਈ ਮਰਦ ਵੀ ਸੀ ਜਿਸ ਦਾ ਚਿਹਰਾ ਤਸਵੀਰ ਵਿੱਚ ਨਹੀਂ ਸੀ। ਜਦੋਂ ਸੌਰਵ ਨੂੰ ਪਤਾ ਲੱਗਾ ਕਿ ਇਹ ਤਸਵੀਰ ਮੇਰੇ ਬਾਪ ਨੇ ਭੇਜੀ ਹੈ ਤਾਂ ਉਹਨਾਂ ਨੇ ਮੇਰੇ ਬਾਪ ਨੂੰ ਬੁਲਾਇਆ ਤੇ ਕਿਹਾ ਕਿ ਮੈਂ ਕਿਸੇ ਵੀ ਕੀਮਤ 'ਤੇ ਨੰਦਨੀ ਨੂੰ ਨਹੀਂ ਛੱਡਾਂਗਾ। ਇਸੇ ਕਰਕੇ ਬਿਹਤਰ ਇਹੀ ਹੈ ਕਿ ਸਾਰਾ ਸੱਚ ਤੁਸੀਂ ਖੁਦ ਹੀ ਦੱਸ ਦਿਓ। ਮੇਰੇ ਬਾਪ ਨੇ ਅਜੀਬ ਜਿਹੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਿਆ ਤੇ ਕਹਿਣ ਲੱਗੇ, ਮੈਂ ਨੰਦਨੀ ਦਾ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ। ਆਪਣੇ ਇਕਲੌਤੇ ਬੇਟੇ ਨੂੰ ਮੈਂ ਇਹ ਸੋਚ ਕੇ ਬਹੁਤ ਪਿਆਰ ਮੁਹੱਬਤ ਨਾਲ ਵੱਡਾ ਕੀਤਾ ਸੀ ਕਿ ਉਹ ਮੇਰੇ ਬੁਢਾਪੇ ਦਾ ਸਹਾਰਾ ਬਣੇਗਾ, ਪਰ ਉਹ ਮੈਨੂੰ ਛੱਡ ਕੇ ਚਲਾ ਗਿਆ। ਮੈਂ ਉਮਰ ਦੇ ਇਸ ਹਿੱਸੇ ਵਿੱਚ ਇਕੱਲਾ ਤਨਹਾ ਨਹੀਂ ਰਹਿਣਾ ਚਾਹੁੰਦਾ ਸੀ। ਇਸੇ ਕਰਕੇ ਮੈਂ ਫੈਸਲਾ ਕੀਤਾ ਸੀ ਕਿ ਮੈਂ ਨੰਦਨੀ ਦਾ ਵਿਆਹ ਨਹੀਂ ਕਰਾਂਗਾ, ਪਰ ਨੰਦਨੀ ਨੇ ਵਿਆਹ ਦੇ ਨਾਮ 'ਤੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਤਾਂ ਮੈਂ ਮਜਬੂਰਨ ਇਸ ਦਾ ਵਿਆਹ ਤੇਰੇ ਨਾਲ ਕਰਵਾ ਦਿੱਤਾ, ਉਸ ਨੂੰ ਇਹ ਦਿਖਾਉਣ ਦੇ ਲਈ ਕਿ ਮੈਂ ਉਸਦੇ ਵਿਆਹ ਦੇ ਖਿਲਾਫ ਨਹੀਂ ਹਾਂ। ਇਸੇ ਕਰਕੇ ਮੈਂ ਜਾਣਬੁੱਝ ਕੇ ਨੰਦਨੀ ਦੀ ਐਦਾਂ ਦੀ ਫੋਟੋ ਖਿੱਚ ਕੇ ਤੈਨੂੰ ਭੇਜ ਦਿੱਤੀ ਤਾਂ ਕਿ ਤੂੰ ਇਸ ਨੂੰ ਤਲਾਕ ਦੇ ਦੇਵੇਂ। ਇਸ ਤਸਵੀਰ ਵਿੱਚ ਦਿਖਣ ਵਾਲਾ ਮਰਦ ਕੋਈ ਹੋਰ ਨਹੀਂ, ਮੈਂ ਹੀ ਹਾਂ। ਪਰ ਜਦੋਂ ਰਾਤ ਭਰ ਇੰਤਜ਼ਾਰ ਕਰਨ ਤੋਂ ਬਾਅਦ ਵੀ ਨੰਦਨੀ ਘਰ ਨਾ ਆਈ ਤਾਂ ਮੈਂ ਸਮਝ ਚੁੱਕਿਆ ਸੀ ਕਿ ਤੂੰ ਬਾਕੀ ਮਰਦਾਂ ਵਾਂਗ ਨਹੀਂ ਆ। ਆਪਣੇ ਬਾਪ ਦੀਆਂ ਗੱਲਾਂ ਸੁਣ ਕੇ ਮੇਰੇ ਹੋਸ਼ ਉੱਡ ਗਏ। ਮੇਰੇ ਬਾਪ ਨੇ ਸਿਰਫ ਆਪਣੇ ਬੁਢਾਪੇ ਨੂੰ ਬਚਾਉਣ ਦੇ ਲਈ ਮੇਰਾ ਵਿਆਹ ਨਾ ਕਰਨ ਦਾ ਫੈਸਲਾ ਕੀਤਾ ਸੀ। ਜੇਕਰ ਦੀਦੀ ਸਮਝਦਾਰੀ ਤੋਂ ਕੰਮ ਨਾ ਲੈਂਦੀ ਤਾਂ ਸ਼ਾਇਦ ਮੇਰਾ ਘਰ ਤਬਾਹ ਹੋ ਜਾਂਦਾ। ਸੌਰਵ ਨੇ ਮੇਰੇ ਕੋਲੋਂ ਮਾफ़ੀ ਮੰਗੀ ਅਤੇ ਮੈਨੂੰ ਗਲੇ ਲਗਾ ਲਿਆ। ਮੈਂ ਦੀਦੀ ਦੀ ਸ਼ੁਕਰਗੁਜ਼ਾਰ ਸੀ। ਪਾਪਾ ਨੂੰ ਵੀ ਮੈਂ ਮਾफ़ ਕਰ ਦਿੱਤਾ ਸੀ ਕਿਉਂਕਿ ਉਹ ਜਿੱਦਾਂ ਦੇ ਵੀ ਸੀ ਮੇਰੇ ਪਾਪਾ ਸੀ। ਉਹਨਾਂ ਨੇ ਜੋ ਕੁਝ ਵੀ ਕੀਤਾ ਉਹ ਤਨਹਾਈ ਦੇ ਖੌਫ ਤੋਂ ਕੀਤਾ ਸੀ। ਕੀ ਇਸ ਦੁਨੀਆ ਵਿੱਚ ਸੱਚ ਵਿੱਚ ਇੱਦਾਂ ਦੇ ਮਾਂ-ਬਾਪ ਹੁੰਦੇ ਹਨ ਜੋ ਆਪਣੀ ਹੀ ਔਲਾਦ ਦਾ ਵਿਆਹ ਕਰਨ ਤੋਂ ਡਰਦੇ ਹਨ, ਇਹ ਸੋਚ ਕੇ ਕਿ ਕਿਤੇ ਉਹ ਇਕੱਲੇ ਨਾ ਰਹਿ ਜਾਣ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ ਜੀ।